ਵੈਲਕਮ ਟੂ ਦਾ ਵਰਡ ਆਫ ਪੋਜ਼ਿਟਿਵ ਵਾਈਬ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਆਪਾਂ ਲੈ ਕੇ ਆਏ ਹਾਂ ਅੱਜ ਕੰਪਿਊਟਰ ਮੈਮਰੀ ਸਟੋਰੇਜ ਦੀ ਪਾਰਟ 2, ਜਿਹੜਾ ਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਤੇ ਮੋਸਟ ਕਨਫਿਊਜ਼ਨ ਕ੍ਰੀਏਟ ਕਰਦਾ ਸਟੂਡੈਂਟ ਦੇ ਵਿੱਚ, ਕਿਉਂਕਿ ਮੈਨੂੰ ਵੀ ਪਹਿਲੇ ਪਾਰਟ ਤੋਂ ਬਾਅਦ ਕਾਫੀ ਮੈਸੇਜ ਆਏ, ਪਰਸਨਲ ਮੈਸੇਜ ਆਏ, ਕਮੈਂਟ ਵੀ ਆਏ ਕਿ ਸਰ ਅਗਰ ਪ੍ਰਾਇਮਰੀ ਮੈਮਰੀ ਵੋਲੇਟਾਈਲ ਹੈ ਤਾਂ ਰੋਮ ਨॉन ਵੋਲੇਟਾਈਲ ਕਿੱਦਾਂ ਹੋਗੀ ਐਟਸੈਟਰਾ। ਤਾਂ ਸਭ ਤੋਂ ਪਹਿਲਾਂ ਮੈਂ ਦੱਸਦਾ ਅੱਜ ਦੀ ਵੀਡੀਓ ਸੁਣਿਓ ਧਿਆਨ ਨਾਲ, ਕੰਨ ਖੋਲ੍ਹ ਕੇ। ਅਤੇ ਦੂਸਰਾ ਦੇਖੋ, ਆਪਾਂ ਕੰਪਿਊਟਰ ਪੜ੍ਹ ਰਹੇ ਹਾਂ ਪੰਜਾਬੀ 'ਚ, ਤਾਂ ਆਪਾਂ ਆਪਣੀ ਮਾਂ ਬੋਲੀ ਨੂੰ ਕਰਨਾ ਪ੍ਰਚਲਿਤ ਜਿੰਨਾ ਕੁ ਆਪਾਂ ਯੋਗਦਾਨ ਪਾ ਸਕਦੇ ਹਾਂ। ਇਸ ਕਰਕੇ ਪੰਜਾਬੀ ਪੜ੍ਹੋ, ਪੰਜਾਬੀ ਬੋਲੋ, ਪੰਜਾਬੀ ਲਿਖੋ, ਬਾਕੀ ਲੈਂਗੁਏਜ ਵੀ ਸਿੱਖੋ, ਲੇਕਿਨ ਆਪਣੀ ਮਾਂ ਬੋਲੀ ਨੂੰ ਹਮੇਸ਼ਾ ਯਾਦ ਰੱਖੋ। ਲਓ ਜੀ, ਚਲੋ ਚੱਲਦੇ ਹਾਂ, ਕੰਪਿਊਟਰ ਕਰਦੇ ਹਾਂ ਪੰਜਾਬੀ 'ਚ, ਵੱਖਰਾ ਹੀ ਸਵਾਦ ਆਊਗਾ ਅੱਜ। ਠੀਕ ਹੈ ਜੀ, ਆਪਣੇ ਟੌਪਿਕ ਅੱਜ ਹੋ ਜਾਣਗੇ ਕਲੀਅਰ। ਅੱਜ ਦੀ ਵੀਡੀਓ ਸਿਰਫ ਆਪਾਂ ਰੋਮ ਦੇ ਉੱਪਰ ਹੈ, ਠੀਕ ਹੈ, ਰੋਮ ਰੀਡ ਓਨਲੀ ਮੈਮਰੀ ਦੇ ਉੱਪਰ। ਚਲੋ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਸਟਾਰਟ ਕਰ ਰਹੇ ਹਾਂ ਜੀ ਆਪਣੀ ਵੀਡੀਓ। ਦੇਖੋ, ਲਾਸਟ ਟਾਈਮ ਵੀ ਮੈਂ ਦੱਸਿਆ ਸੀ ਮੈਮਰੀ ਅਤੇ ਸਟੋਰੇਜ ਦੇ ਵਿੱਚ ਡਿਫਰੈਂਸ ਕੀ ਹੁੰਦਾ ਹੈ, ਠੀਕ ਹੈ। ਤਾਂ ਜਿਨ੍ਹਾਂ ਨੇ ਲਾਸਟ ਵੀਡੀਓ ਨਹੀਂ ਦੇਖੀ, ਕਿਰਪਾ ਕਰਕੇ ਪਹਿਲਾਂ ਉਹ ਵੀਡੀਓ ਦੇਖੋ, ਕਿਉਂਕਿ ਅਗਰ ਉਹ ਡਾਇਰੈਕਟ ਆਈ ਵੀਡੀਓ ਦੇਖਣਗੇ ਸ਼ਾਇਦ ਉਹਨਾਂ ਦੇ ਖਾਨਿਆਂ 'ਚ ਗੱਲ ਨਾ ਪਵੇ। ਇਸ ਕਰਕੇ ਪਹਿਲਾਂ ਉਹ ਵੀਡੀਓ ਦੇਖੋ ਪਾਰਟ 1, ਫਿਰ ਦੇਖਿਓ ਪਾਰਟ 2 ਕੰਪਿਊਟਰ ਮੈਮਰੀ। ਦੇਖੋ ਜੀ, ਮੈਂ ਪਹਿਲਾਂ ਹੀ ਦੱਸਿਆ ਸੀਗਾ ਸਟੋਰੇਜ ਕੀ ਹੁੰਦੀ ਆ, ਜਿਹੜੀ ਪਰਮਾਨੈਂਟ ਹੁੰਦੀ ਆ, ਅਤੇ ਮੈਮਰੀ ਹੁੰਦੀ ਆ ਟੈਂਪਰੇਰੀ ਅਤੇ ਵੋਲੇਟਾਈਲ। ਤਾਂ ਦੇਖੋ ਇਹਦੇ ਵਿੱਚ ਦੇਖੋ, ਤੁਹਾਡੀ ਹੈਲਪ ਵਾਸਤੇ ਮੈਂ ਲਿਖਿਆ ਸਟੋਰੇਜ ਨੂੰ ਕੀ ਕਹਿੰਦੇ ਆ, ਮਾਸ ਮੀਡੀਆ ਵੀ ਕਹਿ ਦਿੰਦੇ ਆ, ਆਕਜ਼ਿਲਰੀ ਸਟੋਰੇਜ ਵੀ ਕਹਿ ਦਿੰਦੇ ਆ। ਕਿਉਂਕਿ ਆਕਜ਼ਿਲਰੀ ਵਰਡ ਮੈਂ ਤਾਂ ਇੱਥੇ ਲੈ ਕੇ ਆਇਆ ਕਿਉਂਕਿ ਪੇਪਰ ਦੇ ਵਿੱਚ ਆਇਆ ਸੀਗਾ ਕਿ ਨੇਮ ਦਾ ਫੋਲੋਇੰਗ ਆਕਜ਼ਿਲਰੀ ਸਟੋਰੇਜ। ਉੱਥੇ ਠੀਕ ਆ, ਹਾਰਡ ਡਿਸਕ ਵੀ ਪਿਆ ਸੀਗਾ, ਰੈਮ ਵੀ ਪਿਆ ਸੀਗਾ, ਸਭ ਕੁਝ ਪਿਆ ਸੀ। ਇਸ ਕਰਕੇ ਹਾਰਡ ਡਿਸਕ ਵਗੈਰਾ ਜਿਹੜੇ ਹੁੰਦੀਆਂ ਆਕਜ਼ਿਲਰੀ ਸਟੋਰੇਜ ਹੁੰਦੀਆਂ, ਠੀਕ ਹੈ, ਜਿਹਦੇ ਵਿੱਚ ਪਰਮਾਨੈਂਟ ਡਾਟਾ ਸਟੋਰ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਕੀ ਕਹਿੰਦਾ ਹੈ, ਉਸ ਤੋਂ ਬਾਅਦ ਦੇਖੋ ਹੁਣ ਫਸਟ ਕਲੀਅਰ ਹੈ। ਸੈਕਿੰਡ ਕਹਿੰਦਾ ਸਟੋਰੇਜ ਡਿਵਾਈਸਿਸ ਹੋਲਡ ਪ੍ਰੋਗਰਾਮ ਐਂਡ ਡਾਟਾ ਇਨ ਯੂਨਿਟਸ ਕਾਲਡ ਫਾਈਲ। ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਫਾਈਲ ਐਂਡ ਫੋਲਡਰ ਹੁੰਦੇ ਆ ਕੰਪਿਊਟਰ ਦੇ ਵਿੱਚ, ਤਾਂ ਜਿਹੜੀਆਂ ਫਾਈਲ ਦੇ ਵਿੱਚ ਡਾਟਾ ਸਟੋਰ ਕਰਦੀਆਂ, ਠੀਕ ਹੈ। ਚਾਹੇ ਇੱਕ ਫੋਟੋ ਆ ਉਹਨੂੰ ਵੀ ਇੱਕ ਫਾਈਲ ਕਹਿ ਦਿੰਦੇ ਆ, ਜ਼ਰੂਰੀ ਨਹੀਂ ਕਿ ਇਹ ਫਾਈਲ ਨਹੀਂ ਕਵਾਂਗੇ, ਪਿਕ ਵੀ ਕਹਿ ਦਿੰਦੇ ਆਪਾਂ। ਜਾਂ MS ਵਰਡ ਦੀ ਕੋਈ ਫਾਈਲ ਹੈ, ਡਾਕੂਮੈਂਟ ਪਿਆ ਹੈ ਨਾ, ਕੋਈ PPT ਪਈ ਹੈ, ਸਾਰਾ ਕੁਝ ਕੀ ਹੋ ਗਿਆ, ਇੱਕ ਫਾਈਲ ਹੋ ਗਈ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਮੈਮਰੀ, ਤੁਹਾਨੂੰ ਮੈਂ ਪਹਿਲਾਂ ਦੱਸਿਆ ਮੈਮਰੀ ਕੀ ਹੁੰਦੀ ਹੈ, ਟੈਂਪਰੇਰੀ ਵਰਕ ਪਲੇਸ ਕਹਿ ਸਕਦੇ ਹਾਂ ਜਾਂ ਟੈਂਪਰੇਰੀ ਮਾਈਨਰਸ ਕਹਿ ਸਕਦੇ ਹਾਂ, ਜਿੱਥੇ ਕੀ ਕਰੇਗਾ ਕੰਪਿਊਟਰ ਟ੍ਰਾਂਸਫਰ ਦਾ ਕੰਟੈਂਟ ਆਫ ਫਾਈਲ ਵਾਈਲ ਇਟ ਇਜ਼ ਬੀਇੰਗ ਯੂਜ਼ਡ। ਇਹ ਤੁਹਾਨੂੰ ਮੈਂ ਦੱਸ ਦਿੰਦਾ ਕੀ ਚੱਕਰ ਹੁੰਦਾ। ਦੇਖੋ ਇਹ ਹੈਗੀ ਆ ਆਪਣੀ, ਮੰਨ ਲਓ ਹਾਰਡ ਡਿਸਕ, ਚਲੋ ਇੱਕ ਵਾਰੀ ਕੁਛ ਵੀ ਹਾਰਡ ਡਿਸਕ ਨਾ ਮੰਨੋ, ਸਟੋਰੇਜ ਡਿਵਾਈਸ ਮੰਨ ਲਓ, ਕੋਈ ਵੀ ਸਟੋਰੇਜ ਡਿਵਾਈਸ ਹੈ। ਇੱਥੇ ਕੀ ਮੇਰਾ ਡਾਟਾ ਪਰਮਾਨੈਂਟ ਸਟੋਰ ਹੁੰਦਾ ਫਾਈਲ ਦੀ ਫਾਰਮ 'ਚ। ਮੰਨ ਲਓ ਇੱਕ ਫੋਟੋ ਪਈ ਸੀ ਮੇਰੀ, ਉਹ ਇੱਕ ਫਾਈਲ ਹੈ ਮੇਰੀ, ਠੀਕ ਹੈ, A ਨਾਮ ਦੀ ਫਾਈਲ ਹੈ, ਠੀਕ ਹੈ, A ਨਾਮ ਦੀ ਫੋਟੋ ਪਈ ਸੀ। ਜਦ ਤੱਕ ਉਹ ਫੋਟੋ ਓਪਨ ਨਹੀਂ ਹੈ, ਸਿਰਫ ਸੇਵ ਪਈ ਹੈ, ਤਦ ਤੱਕ ਉਹ ਰੈਮ 'ਚ ਨਹੀਂ ਜਾਏਗੀ। ਜਦੋਂ ਮੈਂ ਇੱਥੇ ਡਬਲ ਕਲਿੱਕ ਕਰਾਂਗਾ, ਡਬਲ ਕਲਿੱਕ ਕਰਕੇ ਉਹ ਸਾਹਮਣੇ ਆਪਣੇ ਚਾਹੇ ਮੋਬਾਈਲ ਹੈ ਚਾਹੇ ਉਹ ਕੰਪਿਊਟਰ ਸਕਰੀਨ 'ਤੇ ਖੁੱਲ੍ਹ ਜਾਏਗੀ। ਜਦੋਂ ਉਹ ਖੁੱਲ੍ਹ ਜਾਏਗੀ ਕਿੱਥੇ ਚਲੀ ਜਾਏਗੀ, ਉਹ ਇੰਟਰਨਲ ਮੈਮਰੀ ਦੇ ਵਿੱਚ, ਜਿਹਨੂੰ ਕਹਿੰਦੇ ਆ ਆਪਾਂ ਰੈਮ, ਠੀਕ ਹੈ ਜੀ, ਰੈਮ 'ਚ ਚਲੀ ਜਾਊਗੀ, ਠੀਕ ਹੈ। ਤਾਂ ਰੈਮ 'ਚ ਜਦੋਂ ਵੀ ਕੋਈ ਜਿਹੜਾ ਕਰੰਟਲੀ ਆਪਾਂ ਕੋਈ ਚੀਜ਼ ਖੋਲ੍ਹਦੇ ਹਾਂ, ਉਹਦੇ ਕੰਟੈਂਟ ਕਿੱਥੇ ਖੁੱਲ੍ਹਦੇ ਆ, ਰੈਮ ਦੇ ਵਿੱਚ, ਠੀਕ ਹੈ ਜੀ। ਤਾਂ ਉਹ ਜਿੱਥੇ ਰੈਮ ਨੂੰ ਕੀ ਆਪਾਂ ਬੋਲਦੇ ਹਾਂ, ਮੈਮਰੀ। ਕਲੀਅਰ ਹੈ, ਮੈਮਰੀ ਅਤੇ ਸਟੋਰੇਜ ਹੁੰਦੀ ਪਰਮਾਨੈਂਟ ਅਤੇ ਮੈਮਰੀ ਹੁੰਦੀ ਹੈ ਟੈਂਪਰੇਰੀ। ਚਲੋ ਜੀ, ਅੱਜ ਮੈਂ ਬਿਲਕੁਲ ਸਲੋ ਪੜ੍ਹਾ ਰਿਹਾ ਹਾਂ, ਅਗਰ ਫਿਰ ਵੀ ਸਪੀਡ ਫਾਸਟ ਲੱਗੇ ਤਾਂ ਕਿਰਪਾ ਕਰਕੇ ਮੈਸੇਜ ਕਰਿਓ, ਠੀਕ ਹੈ। ਅੱਗੇ ਚੱਲਦੇ ਹਾਂ ਆਪਾਂ ਨੈਕਸਟ ਸਲਾਈਡ ਦੇ ਵੱਲ। ਆਹ ਦੇਖੋ, ਜਿਹੜੀ ਕਿ ਆਹ ਡਾਇਆਗ੍ਰਾਮ ਆਪਾਂ ਨੂੰ ਅੱਜ ਕਲੀਅਰ ਕਰੇਗੀ ਸਭ ਕੁਛ, ਠੀਕ ਹੈ। ਆਹ ਡਾਇਆਗ੍ਰਾਮ ਆਪਾਂ ਧਿਆਨ ਨਾਲ ਆਪਣੇ ਦਿਮਾਗ 'ਚ ਬਿਠਾਉਣੀ ਆ, ਠੀਕ ਹੈ। ਜਿਹਦੇ ਦਿਮਾਗ 'ਚ ਡਾਇਆਗ੍ਰਾਮ ਬੈਠ ਗਈ ਉਹ ਕਦੇ ਵੀ ਕਨਫਿਊਜ਼ ਨਹੀਂ ਹੋਊਗਾ। ਹੁਣ ਦੇਖੋ, ਮੈਂ ਪਿਛਲੀ ਵੀਡੀਓ ਵਿੱਚ ਕਰਵਾਇਆ ਸੀ ਕਿ ਜਿਹੜੀ ਪ੍ਰਾਇਮਰੀ ਮੈਮਰੀ ਹੈ ਵੋਲੇਟਾਈਲ ਹੈ, ਲੇਕਿਨ ਹੁਣ ਗੱਲ ਕੀ ਹੈ ਕਿ ਪ੍ਰਾਇਮਰੀ ਮੈਮਰੀ ਦੇ ਵਿੱਚ ਵੀ ਫਰਦਰ ਅੱਗੇ ਟਾਈਪਸ ਆ ਜਾਂਦੀਆਂ, ਠੀਕ ਹੈ, ਵੋਲੇਟਾਈਲ ਨॉन ਵੋਲੇਟਾਈਲ। ਪਰ ਜੇ ਮੰਨ ਲਓ ਤੁਹਾਨੂੰ ਪੰਜਾਬ ਐਗਜ਼ਾਮ ਪੇਪਰ ਦੇ ਵਿੱਚ ਕੁਐਸਚਨ, ਵੈਸੇ ਤੁਹਾਨੂੰ ਮੈਂ MCQ ਵੀ ਕਰਾ ਦਾਂਗਾ ਪੂਲ ਦੇ ਉੱਪਰ, ਟੈਲੀਗ੍ਰਾਮ ਗਰੁੱਪ ਦੇ ਉੱਪਰ। ਜੇ ਤੁਹਾਨੂੰ ਵੈਸੇ ਕੁਐਸਚਨ ਦੇ ਵਿੱਚ ਆ ਜਾਵੇ ਕਿ ਪ੍ਰਾਇਮਰੀ ਮੈਮਰੀ ਕੀ ਹੁੰਦੀ ਹੈ ਨੇਚਰ ਦੇ ਵਿੱਚ, ਉੱਥੇ ਆਪਸ਼ਨ 'ਚ ਪਿਆ ਹੋਊਗਾ ਵੋਲੇਟਾਈਲ, ਨॉन ਵੋਲੇਟਾਈਲ, ਠੀਕ ਹੈ, ਪਰਮਾਨੈਂਟ, ਠੀਕ ਹੈ, ਨॉन ਪਰਮਾਨੈਂਟ ਜਾਂ ਕੁਛ ਵੀ ਪਿਆ ਹੋਵੇ, ਤਾਂ ਤੁਸੀਂ ਉੱਥੇ ਆਪਸ਼ਨ ਜਿਹੜੀ ਲਾ ਕੇ ਆਉਣੀ ਹੈ, ਟਿਕ ਕਰਕੇ ਆਉਣਾ ਵੋਲੇਟਾਈਲ ਹੀ ਲਾਣੀ ਹੈ, ਠੀਕ ਹੈ, ਉੱਥੇ ਨॉन ਵੋਲੇਟਾਈਲ ਨਹੀਂ ਲਾਣੀਗੀ, ਠੀਕ ਹੈ। ਕੁਐਸਚਨ ਇਹੀ ਆਏਗਾ ਕਿ ਪ੍ਰਾਇਮਰੀ ਮੈਮਰੀ ਦੀ ਨੇਚਰ ਕੀ ਹੁੰਦੀ ਹੈ, ਵੋਲੇਟਾਈਲ ਹੁੰਦੀ ਹੈ, ਟੈਂਪਰੇਰੀ ਹੁੰਦੀ ਹੈ, ਠੀਕ ਹੈ। ਤਾਂ ਇੱਕ ਸਪੈਸ਼ਲ ਕੁਐਸਚਨ ਆਏਗਾ ਕਿ ਰੋਮ ਦੀ ਨੇਚਰ ਕੀ ਹੁੰਦੀ ਹੈ। ਜਦੋਂ ਰੋਮ ਦਾ ਬਾਰੇ ਪੁੱਛਣਗੇ ਉਦੋਂ ਨॉन ਵੋਲੇਟਾਈਲ ਲਾਣੀ ਹੈ ਆਪਾਂ, ਠੀਕ ਹੈ। ਚਾਹੇ ਰੋਮ ਪ੍ਰਾਇਮਰੀ ਦੇ ਅੰਡਰ ਆਉਂਦੀ ਹੈ, ਪਰ ਉਹਦੇ ਵਿੱਚ ਫਰਦਰ ਇੱਕ ਕੈਟਾਗਰੀ ਹੈ ਨॉन ਵੋਲੇਟਾਈਲ ਦੀ, ਠੀਕ ਹੈ। ਤਾਂ ਪਹਿਲਾਂ ਤੁਹਾਨੂੰ ਮੈਂ ਸਮਝਾਉਣਾ ਡਾਇਆਗ੍ਰਾਮ ਸਮਝੋ, ਫਿਰ ਤੁਹਾਨੂੰ ਸਮਝ ਆ ਜਾਊਗਾ। ਦੇਖੋ ਪਹਿਲਾਂ ਕੀ ਕਹਿੰਦਾ ਉਹ, ਪ੍ਰਾਇਮਰੀ ਟਾਈਪਸ ਜਾਂ ਸਟੋਰੇਜ ਟਾਈਪਸ, ਠੀਕ ਹੈ। ਪ੍ਰਾਇਮਰੀ ਟਾਈਪ ਜਾਂ ਸਟੋਰੇਜ ਟਾਈਪ ਇਹ ਕਹਿੰਦਾ, ਠੀਕ ਹੈ,
ਇਹਦੇ ਵਿੱਚ ਕੀ ਆ ਕਹਿੰਦਾ ਦੋ ਤਰ੍ਹਾਂ ਦੀ ਠੀਕ ਹੈ ਸਟੋਰੇਜ ਹੁੰਦੀ ਹੈ, ਪ੍ਰਾਇਮਰੀ ਤੇ ਸੈਕੰਡਰੀ। ਠੀਕ ਹੈ, ਸੈਕੰਡਰੀ ਦੀ ਗੱਲ ਬਾਅਦ ਚ ਕਰਦੇ ਆ। ਪ੍ਰਾਇਮਰੀ ਦੇ ਵਿੱਚ ਦੇਖੋ ਦੇਖੋ ਪ੍ਰਾਇਮਰੀ ਜਿਹੜੀ ਹੁੰਦੀ ਆ ਉਹ ਹਮੇਸ਼ਾ ਮੇਨ ਮੈਮਰੀ ਹੁੰਦੀ ਆ। ਤਾਂ ਹੁਣ ਇੱਕ ਕੁਐਸਚਨ ਹੋਰ ਆਉਂਦਾ ਹੈ ਕਿ ਜਿਹੜੀ ਪ੍ਰਾਇਮਰੀ ਮੈਮਰੀ ਉਹ ਕਿਹ ਤੋਂ ਬਣੀ ਹੁੰਦੀ ਆ, ਤਾਂ ਸੈਮੀ ਕੰਡਕਟਰ ਚਿਪ ਤੋਂ ਬਣੀ ਹੁੰਦੀ ਆ। ਠੀਕ ਹੈ, ਜਿਹਨੂੰ ਰੈਮ ਕਹਿੰਦੇ ਆ। ਠੀਕ ਹੈ, ਜਿਹੜੀ ਰੈਮ ਹੁੰਦੀ ਨਾ, ਬਹੁਤ ਵਾਰੀ ਕੁਐਸਚਨ ਆਇਆ ਪੰਜਾਬ ਐਗਜ਼ਾਮ ਦੇ ਵਿੱਚ ਕਿ ਰੈਮ ਕਿਹ ਤੋਂ ਬਣੀ ਹੁੰਦੀ ਹੈ, ਸੈਮੀ ਕੰਡਕਟਰ ਚਿਪ ਤੋਂ ਬਣੀ ਹੁੰਦੀ ਹੈ। ਠੀਕ ਹੈ ਜੀ, ਕਲੀਅਰ, ਇੱਕ ਕੁਐਸਚਨ ਇੱਥੋਂ ਕਲੀਅਰ ਹੋ ਗਿਆ। ਠੀਕ ਹੈ, ਪ੍ਰਾਇਮਰੀ ਮੈਮਰੀ ਹੁੰਦੀ ਆ, ਉਹਨੂੰ ਮੇਨ ਮੈਮਰੀ ਕਹਿੰਦੇ ਆ। ਠੀਕ ਹੈ, ਉਸ ਤੋਂ ਬਾਅਦ ਦੇਖੋ ਪ੍ਰਾਇਮਰੀ ਮੈਮਰੀ ਕੀ ਹੁੰਦੀ ਹੈ ਨੇਚਰ ਦੇ ਵਿੱਚ, ਵੋਲੇਟਾਈਲ। ਠੀਕ ਹੈ, ਵੋਲੇਟਾਈਲ ਹੋ ਗਈ। ਠੀਕ ਹੈ, ਵੋਲੇਟਾਈਲ ਦੇ ਵਿੱਚ ਵੀ ਹੁਣ ਦੇਖੋ ਫਰਦਰ ਟਾਈਪਸ ਆ ਗਈਆਂ। ਜਿਹੜੀ ਮੇਨ ਟਾਈਪ ਹੁੰਦੀ ਉਹ ਹੁੰਦੀ ਹੈ ਰੈਮ, ਜੋ ਮੈਂ ਪਿਛਲੇ ਵੀਡੀਓ 'ਚ ਤੁਹਾਨੂੰ ਕਰਾਈ ਆ, ਰੈਂਡਮ ਐਕਸੈਸ ਮੈਮਰੀ। ਤੇ ਦੂਸਰੀ ਹੁੰਦੀ ਹੈ ਰਜਿਸਟਰ ਤੇ ਕੈਸ਼ੇ, ਇਹ ਆਪਾਂ ਬਾਅਦ 'ਚ ਪੜਾਂਗੇ। ਠੀਕ ਹੈ, ਇਹ ਆਪਾਂ ਕੀ ਕਰਾਂਗੇ ਬਾਅਦ 'ਚ ਪੜਾਂਗੇ। ਠੀਕ ਹੈ, ਰੈਮ ਤੇ ਰਜਿਸਟਰ ਤੇ ਕੈਸ਼ੇ। ਰੈਮ ਕਲੀਅਰ ਹੈ ਸਭ ਨੂੰ। ਹੁਣ ਮੈਂ ਕੀ ਕਰਾਇਆ, ਮੈਮਰੀ ਹੁੰਦੀ ਆ, ਮੇਨ ਮੈਮਰੀ ਹੁੰਦੀ ਆ, ਉਹ ਪ੍ਰਾਇਮਰੀ ਹੁੰਦੀ ਆ, ਵੋਲੇਟਾਈਲ ਨੇਚਰ 'ਚ ਹੁੰਦੀ ਆ। ਉਹਦੇ 'ਚ ਕੀ ਹੁੰਦਾ, ਰੈਮ ਤੇ ਰਜਿਸਟਰ ਤੇ ਕੈਸ਼ੇ ਆਉਂਦੀ ਆ। ਠੀਕ ਹੈ, ਪਰ ਜਿਹੜੀ ਰੋਮ ਹੁੰਦੀ ਆ ਨਾ, ਰੋਮ ਵੀ ਪ੍ਰਾਇਮਰੀ ਮੈਮਰੀ ਹੁੰਦੀ ਆ, ਪਰ ਉਹ ਕਿਹੜੇ ਮੈਨਰ 'ਚ ਹੁੰਦੀ ਆ, ਉਹ ਨੋਨ ਵੋਲੇਟਾਈਲ ਮੈਨਰ 'ਚ ਹੁੰਦੀ ਆ। ਨੋਨ ਵੋਲੇਟਾਈਲ ਹੋ ਗਿਆ ਜਿਹੜਾ ਪਰਮਾਨੈਂਟ, ਮਤਲਬ ਜਦੋਂ ਤੁਸੀਂ ਕੰਪਿਊਟਰ ਬੰਦ ਵੀ ਕਰ ਦੋਗੇ, ਜਿਹੜਾ ਉਹਦੇ ਵਿੱਚ ਡਾਟਾ ਸਟੋਰ ਕੀਤਾ ਹੋਇਆ ਉਹ ਡਿਲੀਟ ਨਹੀਂ ਹੋਊਗਾ। ਉਹ ਕਿਉਂ ਨਹੀਂ ਡਿਲੀਟ ਹੋਊਗਾ ਤੁਹਾਨੂੰ ਮੈਂ ਦੱਸ ਦਿੰਦਾ। ਜਿਹੜੀ ਰੋਮ ਹੁੰਦੀ ਹੈ ਨਾ, ਰੋਮ ਕੀ ਹੁੰਦੀ ਹੈ, ਇੱਕ ਸਪੈਸ਼ਲ ਮੈਮਰੀ ਹੁੰਦੀ ਆ। ਠੀਕ ਹੈ, ਜਿਨ੍ਹਾਂ ਨੂੰ ਜਿਹਦੇ ਵਿੱਚ ਆਪਾਂ ਯੂਜ਼ਰ ਨਹੀਂ, ਮਤਲਬ ਯੂਜ਼ਰ ਮਤਲਬ ਕਿ ਬੰਦੇ, ਆਪਾਂ ਖੁਦ ਨਹੀਂ ਕੁਝ ਵੀ ਕਰ ਸਕਦੇ, ਸਿਰਫ CPU ਉਹਨੂੰ ਯੂਜ਼ ਕਰਦਾ ਹੈ। ਆਪਾਂ ਉਹਦੇ ਵਿੱਚ ਨਹੀਂ ਦੇਖ ਸਕਦੇ ਕਿ ਕੀ ਲਿਖਿਆ ਹੋਇਆ। ਉਹਦੇ ਵਿੱਚ ਬੇਸਿਕਲੀ ਕੀ ਲਿਖਿਆ ਹੁੰਦਾ, ਸੈਟਿੰਗਸ ਲਿਖੀਆਂ ਹੁੰਦੀਆਂ। ਠੀਕ ਹੈ, ਜਿਹੜਾ ਡਾਟਾ ਇੱਕ ਵਾਰੀ ਸਟੋਰ ਹੋ ਗਿਆ ਉਹ ਹਮੇਸ਼ਾ ਪੂਰਾ ਟਾਈਮ ਰਹੇਗਾ ਜਿੰਨ ਤੱਕ ਉਹ ਖਰਾਬ ਨਹੀਂ ਹੁੰਦੀ। ਬੇਸਿਕਲੀ ਉਹਦੇ ਵਿੱਚ ਕੀ ਹੁੰਦੀਆਂ, ਬਾਇਓਸ ਸੈਟਿੰਗ ਹੁੰਦੀਆਂ। ਬਾਇਓਸ ਸੈਟਿੰਗ ਹੁੰਦੀਆਂ ਜਿਵੇਂ ਮੰਨ ਲਓ ਤੁਸੀਂ ਕੰਪਿਊਟਰ ਔਨ ਕਰਦੇ ਆ ਨਾ, ਇੱਕ ਬਲੈਕ ਜੀ ਸਕਰੀਨ ਆਉਂਦੀ ਆ, ਉਹਨੂੰ ਬੋਲਦੇ ਆ ਬੇਸਿਕ ਇਨਪੁਟ ਆਊਟਪੁੱਟ ਸਿਸਟਮ ਬੋਲਦੇ ਆ। ਠੀਕ ਹੈ, ਇਹ ਆਪਾਂ ਕਿਸੇ ਵੀਡੀਓ 'ਚ ਪੜ੍ਹ ਲਾਂਗੇ ਉਹਦੇ ਬਾਰੇ ਵੀ। ਫਿਲਹਾਲ ਤੁਸੀਂ ਕੀ ਯਾਦ ਰੱਖਣਾ, ਜਿਹੜੀ ਰੋਮ ਹੁੰਦੀ ਆ ਉਹ ਕੀ ਹੁੰਦੀ ਆ, ਨੋਨ ਵੋਲੇਟਾਈਲ ਇਨ ਨੇਚਰ ਹੁੰਦੀ ਆ। ਹੁਣ ਤਾਂ ਕਲੀਅਰ ਆਣੇ ਜੀ, ਪ੍ਰਾਇਮਰੀ ਮੈਮਰੀ ਹੁੰਦੀ ਵੋਲੇਟਾਈਲ ਆ, ਪ੍ਰਾਇਮਰੀ ਮੈਮਰੀ ਦੀ ਨੇਚਰ, ਪਰ ਉਹਦੇ ਫਰਦਰ ਟਾਈਪ ਆ ਗਈ ਅੱਗੇ ਰੋਮ। ਠੀਕ ਹੈ, ਤੇ ਪੇਪਰ ਦੇ ਵਿੱਚ ਅਗਰ ਕੁਐਸਚਨ ਆਏਗਾ ਤਾਂ ਪ੍ਰਾਇਮਰੀ ਮੈਮਰੀ ਦੀ ਨੇਚਰ ਕੀ ਆ, ਵੋਲੇਟਾਈਲ ਹੈ। ਤੇ ਜੇ ਉਹ ਪੁੱਛ ਲੂਗਾ ਡਾਇਰੈਕਟ ਕੁਐਸਚਨ ਪੁੱਛੇਗਾ, ਕਈ ਵਾਰ ਆਇਆ ਵੀ ਆ, ਸ਼ਾਇਦ ਮੈਂ MCQ ਵਿੱਚ ਇਹਦੇ ਇਸ ਵੀਡੀਓ 'ਚ ਵੀ ਪਾਇਆ ਕਿ ਰੋਮ ਦੀ ਨੇਚਰ ਕੀ ਆ, ਰੋਮ ਦੀ ਕੀ ਆ, ਨੋਨ ਵੋਲੇਟਾਈਲ ਨੇਚਰ। ਕਲੀਅਰ ਹੈ ਜੀ। ਤਾਂ ਰੈਮ ਦੀ ਹਮੇਸ਼ਾ ਪੁੱਛਦੇ ਹੁੰਦੇ ਆ, ਰੈਮ ਦੀ ਨੇਚਰ ਕੀ ਆ, ਵੋਲੇਟਾਈਲ। ਓਕੇ, ਹੁਣ ਗੱਲ ਕਰਦੇ ਆਪਾਂ ਸੈਕੰਡਰੀ ਡਿਵਾਈਸਿਸ ਦੀ, ਜਿਹਦਾ ਡਾਟਾ ਕੀ ਹੁੰਦਾ, ਪਰਮਾਨੈਂਟ ਸਟੋਰ ਹੁੰਦਾ। ਹੁਣ ਸੈਕੰਡਰੀ ਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਆ ਜਾਂਦੀਆਂ, ਇੱਕ ਹੁੰਦੀਆਂ ਮੈਗਨੈਟਿਕ ਤੇ ਇੱਕ ਹੁੰਦੀਆਂ ਆਪਟੀਕਲ। ਹੁਣ ਮੈਗਨੈਟਿਕ ਤੇ ਆਪਟੀਕਲ ਮੈਂ ਤੁਹਾਨੂੰ ਦੱਸ ਦੂੰਗਾ ਜਦੋਂ ਅਗਲੀ ਵੀਡੀਓ ਬਣਾਉਂਗਾ। ਠੀਕ ਹੈ, ਮੈਗਨੈਟਿਕ ਦੇ ਵਿੱਚ ਆ ਜਾਂਦੀ ਆ ਆਪਣੀਆਂ ਟੇਪ, ਜਿਹੜੀਆਂ ਰੀਲਾਂ ਹੁੰਦੀਆਂ ਸੀ ਆਪਣੀਆਂ, HD ਹਾਰਡ ਡਿਸਕ ਡਰਾਈਵ ਆ ਗਈ। ਠੀਕ ਹੈ, ਫਲੋਪੀ ਡਿਸਕ ਡਰਾਈਵ ਆ ਗਈ। ਇਹ ਤੁਹਾਨੂੰ ਮੈਂ ਸਾਰਾ ਕਰਾਉਂਗਾ 1 ਬਾਏ 1। ਉਸ ਤੋਂ ਬਾਅਦ ਆ ਗਿਆ CD ਆ ਗਈ, CD ਰੀਡ ਓਨਲੀ ਆ ਗਈ, CD ਰੀਡ ਰਾਈਟ ਆ ਗਈ, DVD ਆ ਗਈ, DVD ਰੀਡ ਰਾਈਟ ਆ ਗਈ। ਠੀਕ ਹੈ, ਸਾਰਾ ਕੁਝ ਆਏਗਾ ਆਪਣਾ। ਠੀਕ ਹੈ ਜੀ, ਇਹ ਡਾਇਗਰਾਮ ਕਲੀਅਰ ਆ। ਇਸ ਡਾਇਗਰਾਮ ਨੂੰ ਤੁਸੀਂ ਨਾ ਮੇਰੇ ਹਿਸਾਬ ਨਾਲ ਪ੍ਰਿੰਟ ਕੱਢ ਕੇ ਰੱਖ ਲਓ, ਤਾਂ ਸਾਰੀ ਮੈਮਰੀ ਵਾਲੀ ਥੋੜ੍ਹਾ ਕਲੀਅਰ ਹੋ ਜਾਏਗਾ ਇਹਦੇ ਵਿੱਚ। ਹਾਂਜੀ, ਇੱਕ ਬੱਚੇ ਨੇ ਸਪੈਸ਼ਲ, ਮੈਂ ਨਾਮ ਭੁੱਲ ਗਿਆ ਉਹਨਾਂ ਦਾ, ਸ਼ਾਇਦ ਗਗਨਦੀਪ ਸਿੰਘ ਜੀ ਸੀਗੇ, ਉਹਨਾਂ ਨੇ ਪੁੱਛਿਆ ਸੀਗਾ ਕਿ ਰੋਮ ਬੱਚਾ ਹੁਣ ਪਤਾ ਚੱਲ ਗਿਆ ਰੋਮ ਬਾਰੇ, ਹੁਣ ਤਾਂ ਨਹੀਂ ਕਨਫਿਊਜ਼ ਹੁੰਦੇ, ਹੈਗੀ ਪ੍ਰਾਇਮਰੀ ਮੈਮਰੀ ਦੇ ਅੰਡਰ, ਲੇਕਿਨ ਕੀ ਹੈਗੀ ਆ, ਨੋਨ ਵੋਲੇਟਾਈਲ ਹੈਗੀ ਆ ਜੀ। ਠੀਕ ਹੈ ਜੀ, ਵੀਡੀਓ ਨੂੰ ਰਿਪੀਟ ਕਰ ਲਿਓ ਜੇ ਨਹੀਂ ਸਮਝ ਆਇਆ। ਵੈਸੇ ਮੈਂ ਬਹੁਤ ਹੀ ਸਲੋ ਕਰਵਾਇਆ। ਇਸ ਡਾਇਗਰਾਮ ਨੂੰ ਤੁਸੀਂ ਨਹੀਂ ਭੁੱਲਣਾਗਾ, ਪੇਪਰ ਤੇ ਵਿੱਚ ਜਾਣ ਤੋਂ ਪਹਿਲਾਂ ਡਾਇਗਰਾਮ ਜ਼ਰੂਰ ਪੜ੍ਹ ਕੇ ਜਾਇਓ। ਠੀਕ ਹੈ ਜੀ। ਹੁਣ ਨੈਕਸਟ ਦੇਖਦੇ ਹਾਂ। ਦੇਖੋ ਨੋਨ ਵੋਲੇਟਾਈਲ ਮੈਮਰੀ ਆ ਗਈ। ਦੇਖੋ ਨੋਨ ਵੋਲੇਟਾਈਲ ਮੈਮਰੀ ਕਿਹੜੀ ਹੁੰਦੀ ਆ, ਕਹਿੰਦਾ ਜਿਹੜੀ ਸਟੋਰ ਕਰਦੀ ਇਨਫੋਰਮੇਸ਼ਨ ਤੇ ਹਮੇਸ਼ਾ ਉਸ 'ਚ ਰਿਟੇਨ ਰਹਿੰਦੀ ਹੈ। ਰਿਟੇਨ ਮਤਲਬ ਉਸ 'ਚ ਹਮੇਸ਼ਾ ਸਟੋਰ ਰਹਿੰਦੀ ਜਦੋਂ ਕਿ ਪਾਵਰ ਆਫ ਵੀ ਹੋ ਜਾਵੇ, ਤਾਂ ਕੰਪਿਊਟਰ ਬੰਦ ਵੀ ਕਰ ਦਈਏ ਤਾਂ। ਹੁਣ ਰੋਮ ਕੀ ਹੈ, ਰੋਮ ਦੀ ਫੁੱਲ ਫਾਰਮ ਵੀ ਕਈ ਵਾਰ ਡਾਇਰੈਕਟ ਕੁਐਸਚਨ ਪੁੱਛ ਲੈਂਦਾ ਕਿ ਵਾਟ ਇਜ਼ ਦਾ ਫੁੱਲ ਫਾਰਮ ਆਫ ਰੋਮ, ਤਾਂ ਰੀਡ ਓਨਲੀ ਮੈਮਰੀ ਹਮੇਸ਼ਾ ਯਾਦ ਰੱਖਣੀ ਹੈ। ਠੀਕ ਹੈ, ਸੈਕੰਡਰੀ ਡਿਵਾਈਸ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਹਾਰਡ ਡਿਸਕ ਯੂਜ਼ ਹੁੰਦੀ ਆ, ਹਾਰਡ ਡਿਸਕ ਰੀਡ ਰਾਈਟ ਹੁੰਦੀ ਆ, CD DVD ਯੂਜ਼ ਹੁੰਦੀ ਆ, ਫਲੋਪੀ ਯੂਜ਼ ਹੁੰਦੀ ਆ। ਠੀਕ ਹੈ, ਆਪਾਂ ਫਿਰ ਕਿਸ ਦਿਨ ਅਗਲੀ ਵੀਡੀਓ 'ਚ ਕਰਾਂਗੇ। ਚਲੋ ਜੀ, ਆਪਾਂ ਨੈਕਸਟ ਚੱਲਦੇ ਹਾਂ। ਹੁਣ ਦੇਖੋ ਨੈਕਸਟ ਰੋਮ ਬਾਰੇ ਪੜ੍ਹਦੇ ਹਾਂ। ਆਹ ਹੁੰਦੀ ਹੈ ਜੀ ਰੋਮ, ਚਿਪ ਜੀ ਹੁੰਦੀ ਆ। ਇਹ ਚਿਪ ਮੈਨੂਫੈਕਚਰਡ ਹੁੰਦੀ ਆ, ਜਿਹੜੇ ਬੰਦੇ ਨੂੰ ਮੈਨੂਫੈਕਚਰ ਕਰਦੇ, ਜਿਹੜੀ ਕੰਪਨੀ ਮੈਨੂਫੈਕਚਰ ਕਰਦੀ ਆ, ਉਹੀ ਜਿਹੜਾ ਡਾਟਾ ਸਟੋਰ ਕਰਦੀ ਹੈ ਹਮੇਸ਼ਾ ਉਹੀ ਰਹਿੰਦਾ ਹੈ, ਆਪਾਂ ਉਹਨੂੰ ਚੇਂਜ ਨਹੀਂ ਕਰ ਸਕਦੇ। ਠੀਕ ਹੈ, ਪੜ੍ਹ ਲਓ। ਹੁੰਦਾ ਕੀ ਆ, ਪਹਿਲੀ ਲਾਈਨ ਦੇ ਵਿੱਚ ਕੀ ਲਿਖਿਆ, ਰੋਮ ਇਜ਼ ਏ ਪਰਮਾਨੈਂਟ ਟਾਈਪ ਆਫ ਮੈਮਰੀ। ਠੀਕ ਹੈ ਜੀ, ਪਰਮਾਨੈਂਟ ਟਾਈਪ ਆਫ ਮੈਮਰੀ ਹੁੰਦੀ ਹੈ। ਕਹਿੰਦਾ ਇਟਸ ਕੰਟੈਂਟਸ ਆਰ ਨਾਟ ਲੋਸਟ ਵੈਨ ਪਾਵਰ ਸਪਲਾਈ ਇਜ਼ ਸਵਿਚਡ ਆਫ। ਠੀਕ ਹੈ, ਜਦੋਂ ਆਪਾਂ ਪਾਵਰ ਬੰਦ ਕਰ ਦਾਂਗੇ ਤਾਂ ਵੀ ਇਹਦੇ ਕੀ ਕੰਟੈਂਟ ਕੀ ਹੋਣਗੇ, ਠੀਕ ਹੈ, ਲੋਸਟ ਨਹੀਂ ਹੋਣਗੇ, ਅਰੇਜ਼ ਨਹੀਂ ਹੋਣਗੇ। ਤਾਂ ਦੂਸਰੀ ਗੱਲ ਜਿਹੜੀ ਮੇਨ ਇੰਪੋਰਟੈਂਟ ਚੀਜ਼ ਆ, ਕਹਿੰਦਾ ਰੋਮ ਨੂੰ ਕੀ ਕਰ ਸਕਦੇ ਆਪਾਂ, ਕੈਨ ਨਾਟ ਓਵਰ ਰਿਟਨ, ਮਤਲਬ ਇਹਨੂੰ ਲਿਖ ਨਹੀਂ ਸਕਦੇ ਕਿ ਜਿਹੜੀ ਇੱਕ ਵਾਰ ਲਿਖੀ ਗਈ ਆਪਾਂ ਨੂੰ ਚੇਂਜ ਨਹੀਂ ਕਰ ਸਕਦੇ ਬਾਏ ਦਾ ਕੰਪਿਊਟਰ। ਇਹ ਕੁਐਸਚਨ ਵੀ ਕਈ ਵਾਰ ਪੁੱਛਦਾ ਹੈ ਕਿ ਕਿਹੜੀ ਮੈਮਰੀ ਹੈ ਜਿਹਨੂੰ ਆਪਾਂ ਓਵਰ ਰਾਈਟ ਨਹੀਂ ਕਰ ਸਕਦੇ, ਤਾਂ ਰੋਮ ਹੈ ਜੀ। ਠੀਕ ਹੈ, ਤੇ ਥਰਡ ਇਹਦੇ ਵਿੱਚ 3 ਚੀਜ਼ਾਂ ਯਾਦ ਰੱਖਣੀਆਂ। ਥਰਡ ਕੀ ਹੈ, ਨੋਨ ਵੋਲੇਟਾਈਲ ਹੈ। ਪਹਿਲਾ ਕੀ ਹੈ, ਇਹਦੀ ਫੁੱਲ ਫਾਰਮ। ਦੂਜਾ ਕੀ ਹੈ, ਇਹਦੇ ਕੰਟੈਂਟ ਹਮੇਸ਼ਾ ਰਹਿੰਦੇ ਚਾਹੇ ਪਾਵਰ ਆਫ ਵੀ ਹੋ ਜਾਵੇ। ਅਗਲਾ ਕੀ ਹੈ, ਆਪਾਂ ਰੀਡ ਰਾਈਟ ਇਹਨੂੰ ਓਵਰ ਰਿਟਨ ਨਹੀਂ ਕਰ ਸਕਦੇ। ਤੇ ਅਗਲਾ ਕੀ ਹੈ, ਨੋਨ ਵੋਲੇਟਾਈਲ ਨੇਚਰ ਦੇ ਵਿੱਚ ਹੁੰਦੀ ਹੈ। ਠੀਕ ਹੈ ਜੀ, ਅੱਗੇ ਆ ਗਿਆ ਰੋਮ ਜਿਹੜੀ ਹੁੰਦੀ ਨਾ, ਇਹ ਨਹੀਂ ਕਿ ਕੰਪਿਊਟਰ 'ਚ ਯੂਜ਼ ਹੁੰਦੀ, ਮਾਈਕ੍ਰੋਵੇਵ 'ਚ ਵੀ ਹੁੰਦੀ ਆ। ਠੀਕ ਹੈ, ਮਸ਼ੀਨ 'ਚ ਵੀ ਹੁੰਦੀ ਆ, ਵਾਸ਼ਿੰਗ ਮਸ਼ੀਨ ਹੋ ਗਈ, ਰੇਡੀਓ ਹੋ ਗਿਆ ਆਪਣਾ। ਠੀਕ ਹੈ, ਸਾਰਿਆਂ 'ਚ ਹੁੰਦੀ ਆ। ਓਕੇ, ਕਲੀਅਰ ਹੈ ਜੀ ਰੋਮ ਬਾਰੇ।
ਠੀਕ ਹੈ। ਨੈਕਸਟ ਤੁਹਾਡੇ ਹੈਲਪ ਵਾਸਤੇ ਵੈਸੇ ਮੈਂ ਇੱਕ ਹੋਰ ਵਿਖਾਈ ਆ ਰੋਮ ਚਿਪ, ਵੱਖਰੀ ਵੱਖਰੀ ਤਰ੍ਹਾਂ ਦੀ ਹੁੰਦੀ ਹੈ। ਦੇਖੋ ਰੋਮ ਰੀਡ ਓਨਲੀ ਮੈਮਰੀ ਕਹਿੰਦੇ ਆ, ਇਹ 'ਚ ਕੀ ਕਹਿੰਦਾ, ਕਹਿੰਦਾ ਨਿਊ ਕੰਟੈਂਟ ਕੈਨ ਨਾਟ ਬੀ ਐਡਿਡ। ਠੀਕ ਹੈ, ਉਹ ਤੁਹਾਨੂੰ ਮੈਂ ਪਹਿਲੇ ਦੱਸ ਚੁੱਕਿਆ। ਕਹਿੰਦਾ ਯੂਜ਼ ਟੂ ਸਟੋਰ ਦਾ ਇੰਸਟਰਕਸ਼ਨਸ ਆਫ ਰੂਟੀਨ ਟਾਈਪ। ਦੇਖੋ ਇੰਸਟਰਕਸ਼ਨਸ ਆਫ ਰੂਟੀਨ ਟਾਈਪ ਕੀ ਹੋ ਗਿਆ, ਜਿਵੇਂ ਮੰਨ ਲਓ ਕੰਪਿਊਟਰ ਵਾਰ-ਵਾਰ ਤੁਸੀਂ ਬਾਇਓ ਸੈਟਿੰਗ ਹੋ ਗਈਆਂ, ਜਿੰਨੀ ਵਾਰ ਕੰਪਿਊਟਰ ਸਟਾਰਟ ਕਰੋਗੇ ਹਰ ਵਾਰੀ ਉਹ ਬਾਇਓ ਸੈਟਿੰਗ ਚੱਲਦੀਆਂ। ਠੀਕ ਹੈ, ਬਾਇਓ ਸੈਟਿੰਗ ਤਾਂ ਚੱਲਦੀਆਂ, ਉਹ ਚੈੱਕ ਕਰਦੇ ਆ ਵੀ ਜਿਹੜਾ ਆਪਰੇਟਿੰਗ ਸਿਸਟਮ ਸਹੀ ਚੱਲਦਾ ਹੈ, ਮਾਊਸ ਸਹੀ ਚੱਲਦਾ ਹੈ, ਠੀਕ ਹੈ, ਕੀਬੋਰਡ ਸਹੀ ਚੱਲਦਾ ਹੈ, ਪੋਰਟ ਸਹੀ ਚੱਲਦੇ ਆ, ਉਹਦੇ ਵਾਸਤੇ ਹੁੰਦਾ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੁੰਦਾ, ਰੂਟੀਨ 'ਚ ਜਿਹੜੀ ਚੀਜ਼ ਵਾਰ-ਵਾਰ ਹੋਣੀ ਆ ਉਹ ਚੀਜ਼ ਸੇਵ ਹੁੰਦੀ ਹੈ ਇਹਦੇ ਵਿੱਚ। ਠੀਕ ਹੈ, ਤੇ ਪਰਮਾਨੈਂਟ ਨੇਚਰ ਹੁੰਦੀ ਹੈ, ਤੁਹਾਨੂੰ ਪਹਿਲਾਂ ਦੱਸਿਆ ਪਰਮਾਨੈਂਟ ਹੋਏਗੀ, ਡਾਟਾ ਇਹਦਾ ਕੀ ਲੋਸਟ ਨਹੀਂ ਹੋਏਗਾ। ਠੀਕ ਹੈ, ਤਾਂ ਇਹ ਕੀ ਸੁਪਰਵਾਈਜ਼ ਕਰਦੀ ਹੈ, ਹਾਰਡਵੇਅਰ ਨੂੰ ਕੰਟਰੋਲ ਕਰਦੀ ਹੈ। ਠੀਕ ਹੈ, ਤੁਹਾਨੂੰ ਪਹਿਲਾਂ ਦੱਸਤਾ ਕਿ ਚੈੱਕ ਕਰਦੀ ਹੈ ਹਾਰਡਵੇਅਰ। ਠੀਕ ਹੈ, ਮਾਊਸ ਠੀਕ ਲੱਗਾ, ਕੀਬੋਰਡ ਠੀਕ ਲੱਗਾ। ਠੀਕ ਹੈ ਜੀ, ਕਲੀਅਰ ਹੈ ਬੇਟਾ ਸਾਰਿਆਂ ਨੂੰ? ਓਕੇ ਜੀ। ਨੈਕਸਟ ਆਪਾਂ ਦੇਖਦੇ ਹਾਂ, ਆ ਗਏ MCQ। ਦੇਖੋ MCQ ਦੇ ਵਿੱਚ ਪਹਿਲਾਂ ਪੜ੍ਹ ਲਓ। ਕਹਿੰਦਾ ਇਨਫੋਰਮੇਸ਼ਨ ਇਨ ਕੰਪਿਊਟਰ ਰੀਡ ਓਨਲੀ ਮੈਮਰੀ ਇਜ਼ ਸਟੋਰਡ ਬਾਏ। ਕਹਿੰਦਾ ਜਿਹੜਾ ਇਨਫੋਰਮੇਸ਼ਨ ਜਿਹੜੀ ਰੀਡ ਓਨਲੀ ਮੈਮਰੀ 'ਚ ਹੁੰਦੀ ਆ, ਰੋਮ 'ਚ ਹੁੰਦੀ ਆ, ਉਹਨੂੰ ਕੌਣ ਸਟੋਰ ਕਰਦਾ ਹੈ? ਤਾਂ ਮੈਂ ਪਹਿਲਾਂ ਦੱਸਿਆ ਜਿਹੜੀ ਕੰਪਨੀ ਬਣਾਊਗੀ ਉਹੀ ਸਟੋਰ ਕਰੂਗੀ। ਤਾਂ ਕੌਣ ਕਰੂਗਾ? ਮੈਨੂਫੈਕਚਰ ਜਿਹੜਾ ਕਰੇਗਾ ਉਹਨੂੰ ਉਹੀ ਇਹਦੇ ਕੰਟੈਂਟ ਬਣਾਏਗਾ ਅਤੇ ਉਹੀ ਕੀ ਕਰੇਗਾ, ਇਹਨੂੰ ਫਿਕਸ ਕਰ ਦੇਗਾ। ਠੀਕ ਹੈ, ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਤੁਹਾਡੇ ਕਿਸੇ ਪੁਰਾਣੇ ਕੁਐਸਚਨ 'ਚ ਚੱਕਿਆ ਹੋਇਆ, ਪਰ ਮੈਨੂੰ ਉਹ ਕੁਐਸਚਨ ਦੀ ਸਕਰੀਨਸ਼ਾਟ ਨਹੀਂ ਮਿਲਿਆ, ਇਸ ਕਰਕੇ ਮੈਂ ਖੁਦ ਆਪਣੇ ਹੱਥ ਤੋਂ ਲਿਖਤਾ। ਅਗਲਾ ਕੁਐਸਚਨ ਕੀ ਕਹਿੰਦਾ, ਵੇਅਰ ਆਰ ਦਾ ਪ੍ਰੋਗਰਾਮ ਐਂਡ ਡਾਟਾ ਕਰੰਟਲੀ ਪ੍ਰੋਸੈਸਡ ਬਾਏ ਦਾ CPU। ਮੈਂ ਹੁਣੇ ਦੱਸਿਆ, ਜੇ ਫੋਟੋ ਵਾਲੀ ਦੱਸੀ ਨਾ ਕਹਾਣੀ ਹੁਣੇ ਵੀ ਫੋਟੋ ਪਈ, ਜਦੋਂ ਮੈਂ ਡਬਲ ਕਲਿੱਕ ਕਰਕੇ ਖੋਲੂੰਗਾ ਤਾਂ ਕਿੱਥੇ ਚਲੀ ਜਾਊਗੀ, ਉਹ ਮੇਨ ਮੈਮਰੀ ਦੇ ਵਿੱਚ। ਮੇਨ ਮੈਮਰੀ ਹੋ ਗਈ, ਪ੍ਰਾਇਮਰੀ ਮੈਮਰੀ ਹੋ ਗਈ, ਉਹਨੂੰ ਕੀ ਕਹਿੰਦੇ ਆ, ਇੰਟਰਨਲ ਮੈਮਰੀ। ਤਿੰਨੇ ਯਾਦ ਰੱਖਣੀਆਂ, ਇੰਟਰਨਲ ਮੈਮਰੀ, ਪ੍ਰਾਇਮਰੀ ਮੈਮਰੀ, ਮੇਨ ਮੈਮਰੀ। ਠੀਕ ਹੈ ਜੀ, ਤਿੰਨੇ ਹੀ ਵਰਡ ਯਾਦ ਰੱਖਣੇ, ਪੇਪਰ ਵਿੱਚ ਕਨਫਿਊਜ਼ ਨਹੀਂ ਹੋਣਾ ਜੀ। ਠੀਕ ਹੈ, ਬਾਕੀ ਵੱਧ ਤੋਂ ਵੱਧ ਆਪਾਂ MCQ ਕਰਾਂਗੇ। ਦੇਖੋ ਥਿਊਰੀ ਕਰ ਲਈ ਆਪਾਂ, ਥਿਊਰੀ ਦੇ ਉੱਪਰ MCQ ਕਰੋਗੇ ਆਪਾਂ ਨੂੰ ਈਜ਼ੀ ਲੱਗਣਗੇ। ਪੂਲ ਆਪਾਂ ਹਮੇਸ਼ਾ ਕਰਦੇ ਹਾਂ। ਦੇਖੋ ਜਿਵੇਂ ਮੈਂ ਵੀਡੀਓ ਪਾਉਣਾ ਨਾਲ ਦੇ ਮੈਂ ਪੂਲ ਵੀ ਪਾਉਣਾ, ਇਸ ਕਰਕੇ ਕਿਰਪਾ ਕਰਕੇ ਜਿਨ੍ਹਾਂ ਨੇ ਟੈਲੀਗ੍ਰਾਮ ਗਰੁੱਪ ਜੁਆਇਨ ਨਹੀਂ ਕੀਤਾ, ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਓ। ਔਰ ਦੂਸਰਾ ਤੁਹਾਡੇ ਵਾਸਤੇ ਇੱਕ ਖੁਸ਼ਖਬਰੀ ਹੈ, ਮੈਂ ਫਰਾਈਡੇ ਤੋਂ ਬਾਅਦ ਤੁਹਾਡੇ ਵਾਸਤੇ ਅਕਾਊਂਟ ਲੈ ਕੇ ਆਊਂਗਾ। ਠੀਕ ਹੈ, ਕੋਸ਼ਿਸ਼ ਕਰ ਰਿਹਾ ਮੈਂ ਪੰਜਾਬੀ 'ਚ ਕਨਵਰਟ ਕਰ ਰਿਹਾ ਅਕਾਊਂਟ ਨੂੰ, ਖੁਦ ਪੜ੍ਹ ਰਿਹਾ ਉਸ ਲੈਵਲ ਤੱਕ ਕਿ ਤੁਹਾਨੂੰ ਅਕਾਊਂਟ, ਚਾਹੇ ਮੇਰਾ ਏਰੀਆ ਹੈ ਨਹੀਂ ਪਰ ਕਾਫੀ ਬੱਚਿਆਂ ਦੀ ਡਿਮਾਂਡ ਆਈ ਸੀ ਅਕਾਊਂਟ ਵਾਸਤੇ। ਠੀਕ ਹੈ, ਆਪਾਂ ਅਕਾਊਂਟ ਵੀ ਪੜਾਂਗੇ। ਪਹਿਲਾਂ ਆਪਾਂ ਕੰਪਿਊਟਰ ਆਪਣਾ ਮੇਨ ਸਬਜੈਕਟ ਹੈ, ਇਸ ਕਰਕੇ ਕੰਪਿਊਟਰ ਆਪਣਾ ਪਹਿਲਾਂ ਚੱਲੂਗਾ। ਠੀਕ ਹੈ ਜੀ, ਅੱਗੇ ਆਹ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ ਕਈ ਵਾਰ ਪੁੱਛਦੇ ਆ ਕਿ ਰੋਮ ਦੀਆਂ ਟਾਈਪ ਕਿੰਨੀਆਂ ਹੁੰਦੀਆਂ। ਠੀਕ ਹੈ, ਰੋਮ ਦੀਆਂ ਚਾਰ ਟਾਈਪਸ ਆ। ਇੱਕ ਤਾਂ ਸਿੰਪਲ ਹੀ ਹੋ ਗਈ ਰੋਮ ਰੀਡ ਓਨਲੀ ਮੈਮਰੀ, ਦੂਸਰੀ ਹੁੰਦੀ ਆ PROM, ਇਹਨੂੰ ਬੋਲਦੇ ਆ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਠੀਕ ਹੈ ਜੀ, ਅਗਲੀ ਹੁੰਦੀ ਆ EPROM, ਇਹਨੂੰ ਬੋਲਦੇ ਆ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਠੀਕ ਹੈ, ਆਪਾਂ ਕੰਟੈਂਟ ਅਰੇਜ਼ ਕਰ ਸਕਦੇ ਹਾਂ, ਕਿੱਦਾਂ ਕਰਦੇ ਆਪਾਂ ਉਹ ਮੈਂ ਅਗਲੀ ਸਲਾਈਡ 'ਚ ਦੱਸਾਂਗਾ। ਇੱਕ ਹੁੰਦੀ ਹੈ ਡਬਲ EPROM, ਇਹਨੂੰ ਬੋਲਦੇ ਆ ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਠੀਕ ਹੈ ਜੀ, ਇਹ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ, ਟਾਈਪ ਪੁੱਛ ਲੈਂਦੇ, ਇਹ 'ਚ ਵੀ MCQ ਬਹੁਤ ਆਉਂਦੇ ਆ। ਠੀਕ ਹੈ, ਤੇ ਫੁੱਲ ਫਾਰਮ 'ਤੇ ਹਮੇਸ਼ਾ ਯਾਦ ਰੱਖਣੀ ਹੈ। ਠੀਕ ਹੈ, ਨੈਕਸਟ ਦੇਖੋ ਇਹਦੇ ਵਿੱਚ ਹੁਣ ਕੀ ਹੈ, ਆ ਗਏ ਦੇਖੋ ਟਾਈਪਸ ਆਫ ਇਹਦੀਆਂ। ਠੀਕ ਹੈ, ਫਸਟ ਟਾਈਪ ਆਪਾਂ ਪੜ੍ਹਦੇ ਹਾਂ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਕੀ ਹੁੰਦੀ ਹੈ, PROM ਕੀ ਹੁੰਦੀ ਹੈ। ਠੀਕ ਹੈ, PROM ਨੂੰ ਕੀ ਤੁਹਾਨੂੰ ਪਹਿਲਾਂ ਦੱਸਦਾ, ਫੁੱਲ ਫਾਰਮ ਕੀ ਹੈ, ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਠੀਕ ਹੈ, ਇਹ ਕੀ ਕਹਿੰਦਾ ਕਿ ਜਿਹੜਾ ਪ੍ਰੋਗਰਾਮ ਟੂ ਰਿਕਾਰਡ ਦਾ ਇਨਫੋਰਮੇਸ਼ਨ ਯੂਜ਼ਿੰਗ ਏ ਫੈਸਿਲਿਟੀ PROM ਪ੍ਰੋਗਰਾਮ। ਇਹ ਦੇਖੋ ਇਹ ਹੋ ਗਈ ਤੁਹਾਡੀ ਸਿੰਪਲ ਚਿਪ ਹੋ ਗਈ। ਠੀਕ ਹੈ, ਸਿੰਪਲ ਚਿਪ ਦਾ ਮਤਲਬ ਕੀ ਹੋ ਗਿਆ, ਜਿਹੜੀ ਮੈਂ ਸਿੰਪਲ ਰੋਮ ਦੀ ਗੱਲ ਕਰਦਾ ਉਹਨੂੰ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਬੋਲਦੇ ਆ। ਕਹਿੰਦਾ ਵੀ ਜਿਹੜਾ ਇਹਦੇ ਵਿੱਚ ਪ੍ਰੋਗਰਾਮ ਪਾਤਾ ਮੈਂ, ਠੀਕ ਹੈ, ਕੌਣ ਪਾਏਗਾ, ਪ੍ਰੋਗਰਾਮਰ ਪਾਏਗਾ। ਠੀਕ ਹੈ, ਪ੍ਰੋਗਰਾਮਰ ਹੋ ਗਿਆ, ਜਦੋਂ ਮੰਨ ਲਓ ਜਿਹਨੇ ਇਹਨੂੰ ਮੈਨੂਫੈਕਚਰ ਕੀਤਾ ਉਹਨੇ ਕੰਟੈਂਟ ਪਾਤੇ, ਉਹਨੂੰ ਕੀ ਕਹਿੰਦੇ ਆਪਾਂ, ਪ੍ਰੋਗਰਾਮਰ ਕਹਿੰਦੇ ਆਪਾਂ। ਠੀਕ ਹੈ, ਤਾਂ ਉਸ ਤੋਂ ਬਾਅਦ ਅਗਲੀ ਗੱਲ ਕੀ ਕਹਿੰਦਾ, ਉਹ ਕਹਿੰਦਾ ਵੀ ਜਿਹੜਾ ਵੰਸ ਦਾ ਇਨਫੋਰਮੇਸ਼ਨ ਰਿਕਾਰਡਿਡ ਇਟ ਕੈਨ ਨਾਟ ਬੀ ਚੇਂਜ। ਜਿਹੜੀ ਇਨਫੋਰਮੇਸ਼ਨ ਇੱਕ ਵਾਰੀ ਪਾਤੀ ਇਹਦੇ ਵਿੱਚ ਉਹ ਚੇਂਜ ਨਹੀਂ ਹੋਏਗੀ। ਇਹ ਹੈਗਾ ਸਿੰਪਲ PROM। ਠੀਕ ਹੈ, ਰੋਮ ਹੋ ਗਿਆ, PROM ਹੋ ਗਿਆ, ਇੱਕੋ ਗੱਲ ਹੀ ਦੋਨੇ। ਠੀਕ ਹੈ, ਰੋਮ ਤੇ PROM। ਓਕੇ, ਕਲੀਅਰ ਹੈ। ਉਸ ਤੋਂ ਬਾਅਦ ਦੇਖੋ ਹੁਣ ਨੈਕਸਟ ਸਲਾਈਡ ਦੇਖੋ ਆਪਣੀ, ਹੁਣ ਆ ਗਿਆ ਅਗਲਾ ਡਬਲ EPROM। ਠੀਕ ਹੈ, ਜਿਹੜਾ ਮੈਂ ਤੁਹਾਨੂੰ ਹੁਣ ਦੱਸਿਆ ਸੀਗਾ, ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਠੀਕ ਹੈ, ਹੁਣ ਇਹਦੀ ਮੈਮਰੀ ਜਿਹੜੀ ਹੈਗੀ ਹੈ ਨਾ, ਆਪਾਂ ਇਹਨੂੰ ਅਰੇਜ਼ ਕਰ ਸਕਦੇ ਹਾਂ। ਠੀਕ ਹੈ, ਅਰੇਜ਼ ਆਪਾਂ ਤਾਂ ਕਰਦੇ ਹਾਂ ਕਿ ਰੀਯੂਜ਼ ਕਰ ਸਕੀਏ। ਦੇਖੋ ਕਿਉਂਕਿ ਮਹਿੰਗੀ ਹੁੰਦੀ ਹੈ ਨਾ, ਇਸ ਕਰਕੇ ਇਹ ਨਹੀਂ ਕਿ ਇੱਕ ਵਾਰੀ ਆਪਾਂ ਚਿਪ ਯੂਜ਼ ਕਰ ਲਈ ਉਸ ਤੋਂ ਬਾਅਦ ਉਹਦੇ ਕੰਟੈਂਟ ਚੇਂਜ ਨਾ ਹੋਣ, ਤਾਂ ਇਸ ਕਰਕੇ ਕੀ ਕਰਦੇ ਉਹ ਇਹਨੂੰ ਅਰੇਜ਼ ਕਰ ਲੈਂਦੇ ਆ। ਲੇਕਿਨ ਅਰੇਜ਼ ਕਿੱਦਾਂ ਕਰਦੇ ਆ, ਇਲੈਕਟ੍ਰੀਕਲ ਪਲਸ ਦੇ ਨਾਲ ਇਹਨੂੰ ਅਰੇਜ਼ ਕਰਦੇ ਆ, ਜੇ ਇਲੈਕਟ੍ਰੀਕਲ ਸ਼ੌਕ ਦਿੰਦੇ ਆ ਇਹਨੂੰ। ਠੀਕ ਹੈ, ਤਾਂ ਇਹਨੂੰ ਦੇਖੋ ਆ ਲਿਖਿਆ ਹੋਇਆ, ਪ੍ਰੋਵਾਈਡਸ ਈਜ਼ੀ ਮੀਨਸ ਟੂ ਸਟੋਰ ਟੈਂਪਰੇਰੀ ਔਰ ਪਰਮਾਨੈਂਟ ਇਨਫੋਰਮੇਸ਼ਨ ਇਨ ਦਾ ਫਾਰਮ ਆਫ ਰੋਮ। ਤਾਂ ਇਹਦੇ ਵਿੱਚ ਕੀ ਹੁੰਦਾ ਕਿ ਆਪਾਂ ਪਰਮਾਨੈਂਟ ਵੀ ਸਟੋਰ ਕਰਦੇ ਆ ਅਤੇ ਟੈਂਪਰੇਰੀ ਵੀ, ਕਿਉਂਕਿ ਪਰਮਾਨੈਂਟ ਤਾਂ ਰੀਡ ਓਨਲੀ ਮੈਮਰੀ ਕਰਦੀ ਆ। ਅਤੇ ਲੇਕਿਨ ਜੇ ਆਪਾਂ ਚਾਹੀਏ ਕਿ ਇਹਦੇ ਕੰਟੈਂਟ ਆਪਾਂ ਚੇਂਜ ਕਰਕੇ ਨਵੇਂ ਕੰਟੈਂਟ ਪਾਉਣੇ ਆ ਮੈਨੂਫੈਕਚਰ ਨੇ, ਤਾਂ ਉਹ ਕੀ ਕਰੂਗਾ, ਇਹਨੂੰ ਇੱਕ ਇਲੈਕਟ੍ਰਿਕ ਸ਼ੌਕ ਦਿੰਦੇ ਆ। ਠੀਕ ਹੈ, ਇਲੈਕਟ੍ਰਿਕ ਪਲਸ ਦੇ ਥਰੂ, ਤਾਂ ਇਹਦੇ ਵਿੱਚ ਕੀ ਹੋ ਜਾਊਗਾ, ਡਾਟਾ ਪੁਰਾਣਾ ਅਰੇਜ਼ ਹੋ ਜਾਊਗਾ ਅਤੇ ਕਲੀਅਰ ਹੋ ਜਾਊਗਾ, ਅਤੇ ਨਵਾਂ ਆਪਾਂ ਇਹ 'ਚ ਐਡ ਕਰ ਸਕਦੇ ਹਾਂ। ਇਹਨੂੰ ਬੋਲਦੇ ਆ ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਠੀਕ ਹੈ, ਨਾਮ ਤੋਂ ਕਲੀਅਰ ਹੈ, ਇਲੈਕਟ੍ਰੀਕਲੀ ਜਿੱਥੇ ਆ ਜਾਊਗਾ ਉੱਥੇ ਕੀ ਆ, ਆਪਾਂ ਇਲੈਕਟ੍ਰਿਕ ਸ਼ੌਕ ਦਿੰਦੇ ਆ ਇਹਨੂੰ। ਠੀਕ ਹੈ ਜੀ, ਕਲੀਅਰ ਹੈ। ਹੁਣ ਨੈਕਸਟ ਦੇਖਦੇ ਹਾਂ ਦੂਸਰੀ ਜਿਹੜਾ ਹੈਗਾ, ਉਹ ਦੇਖੋ ਜਿਹੜਾ EPROM ਹੈ,
EEPROM ਜਿਹੜਾ ਹੈਗਾ ਉਹਨੂੰ ਬੋਲਦੇ ਆ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਹੁਣ ਇਹਦੇ ਵੀ ਕੰਟੈਂਟ ਆਪਾਂ ਰੇਜ਼ ਕਰ ਸਕਦੇ ਹਾਂ, ਪਰ ਹੁਣ ਦੇਖੋ ਬੜੀ ਵਾਰ ਕੁਐਸਚਨ ਪੁੱਛਦੇ ਆ ਕਿ ਇਹਦੇ ਕੰਟੈਂਟ ਕਿਹਦੇ ਥਰੂ ਰੇਜ਼ ਕਰਦੇ ਆ, ਠੀਕ ਹੈ। ਤਾਂ ਇੱਕ ਰੇਜ਼ ਹੁੰਦੀਆਂ ਰਾਜੇ ਜਿਹਨੂੰ ਬੋਲਦੇ ਅਲਟਰਾ ਵਾਇਲਟ ਰੇਜ਼, UV ਰੇਜ਼ ਬੋਲਦੇ ਆ, ਠੀਕ ਹੈ। ਅਲਟਰਾ ਵਾਇਲਟ ਤੁਸੀਂ ਸੁਣਿਆ ਹੀ ਹੋਏਗਾ, UV ਰੇਜ਼ ਦੇ ਥਰੂ ਇਹਦੇ ਉੱਪਰ UV ਰੇਜ਼ ਪਾਉਂਦੇ ਆ ਚਿਪ ਦੇ ਉੱਪਰ, ਤਾਂ ਇਹਦੇ ਕੰਟੈਂਟ ਕੀ ਹੋ ਜਾਂਦੇ ਆ, ਰੇਜ਼ ਹੋ ਜਾਂਦੇ। ਪੜ੍ਹ ਲਓ ਫਿਰ ਵੀ ਇੱਕ ਵਾਰ। ਕਹਿੰਦਾ ਇਨਫੋਰਮੇਸ਼ਨ ਕੈਨ ਬੀ ਰੇਜ਼ਡ ਐਂਡ ਚਿਪ ਕੈਨ ਬੀ ਰੀਪ੍ਰੋਗਰਾਮਡ ਟੂ ਰਿਕਾਰਡ ਡਿਫਰੈਂਟ ਇਨਫੋਰਮੇਸ਼ਨ ਯੂਜ਼ਿੰਗ PROM। ਤਾਂ ਇਹਨੂੰ ਵਾਰ-ਵਾਰ ਯੂਜ਼ ਕਰਨ ਵਾਸਤੇ, ਦੁਬਾਰਾ ਰੀਪ੍ਰੋਗਰਾਮ ਕਰਨ ਵਾਸਤੇ ਕੀ ਕਰਨਾ ਪੈਂਦਾ, ਇਹਦਾ ਡਾਟਾ ਅਰੇਜ਼ ਕਰਨਾ ਪੈਂਦਾ। ਕਿਹਦੇ ਥਰੂ ਕਰਦੇ ਆ, UV ਰੇਡੀਏਸ਼ਨ। UV ਰੇਜ਼ ਬੋਲ ਦਿਓ ਜਾਂ UV ਰੇਡੀਏਸ਼ਨ ਬੋਲ ਦਿਓ, ਇੱਕੋ ਗੱਲ ਹੀ ਹੈ, ਠੀਕ ਹੈ। ਤਾਂ ਇਹਦੇ 'ਚ ਅਲਟਰਾ ਵਾਇਲਟ ਮਤਲਬ ਰੇਜ਼ ਪਾਉਂਦੇ ਆ ਅਰੇਜ਼ ਕਰਨ ਵਾਸਤੇ, ਕਿਉਂਕਿ ਤਾਂ ਜੋ ਆਪਾਂ ਦੁਬਾਰਾ ਇਹਨੂੰ ਆਪਾਂ ਯੂਜ਼ ਕਰ ਸਕੀਏ, ਠੀਕ ਹੈ ਜੀ। ਕਲੀਅਰ ਹੈ ਸਭ ਨੂੰ। ਨੈਕਸਟ ਆਪਾਂ ਦੇਖਦੇ ਹਾਂ ਜੀ। ਹੁਣ ਆਹ ਦੇਖੋ ਇਹਦੇ ਵਿੱਚ ਕੁਐਸਚਨ ਕੀ ਕਹਿੰਦਾ, ਡੈਸ਼ ਰਿਟੇਨ ਇਟਸ ਡਾਟਾ ਆਫਟਰ ਦਾ ਪਾਵਰ ਇਜ਼ ਟਰਨ ਆਫ। ਕੌਣ ਕਰ ਸਕਦਾ ਹੈ, ਦੇਖੋ ਸੈਕੰਡਰੀ ਸਟੋਰੇਜ ਕਰਦੀ ਹੈ, ਵੋਲੇਟਾਈਲ ਸਟੋਰੇਜ ਕਰਦੀ ਹੈ, ਨੋਨ ਵੋਲੇਟਾਈਲ ਕਰਦੀ ਹੈ ਕਿ ਡਾਇਰੈਕਟ ਸਟੋਰੇਜ ਕਰਦੀ ਹੈ। ਡਾਟਾ ਕਿਹਦਾ ਹਮੇਸ਼ਾ ਰਹਿੰਦਾ ਜਦੋਂ ਪਾਵਰ ਆਫ ਹੋ ਜਾਵੇ, ਤਾਂ ਨੋਨ ਵੋਲੇਟਾਈਲ, ਠੀਕ ਹੈ, ਜਿਹਨੂੰ ਪਰਮਾਨੈਂਟ ਸਟੋਰੇਜ ਵੀ ਕਹਿੰਦੇ ਆਪਾਂ। ਅਗਲਾ ਕੁਐਸਚਨ ਦੇਖੋ, ਦਾ ਪਰਮਾਨੈਂਟ ਮੈਮਰੀ ਬਿਲਟ ਇਨਟੂ ਕੰਪਿਊਟਰ ਇਜ਼ ਕਾਲਡ ਪਰਮਾਨੈਂਟ ਮੈਮਰੀ, ਠੀਕ ਹੈ। ਹੁਣ ਪਰਮਾਨੈਂਟ ਮੈਮਰੀ ਕੀ ਆ, ਤੁਹਾਨੂੰ ਮੈਂ ਪਹਿਲਾਂ ਦੱਸਿਆ, ਜਿਹਦੇ ਵਿੱਚ ਕੀ ਆ ਵਾਰ-ਵਾਰ ਆਪਾਂ ਚੇਂਜ ਨਹੀਂ ਕਰ ਸਕਦੇ। ਕੌਣ ਆ ਉਹ ਪਰਮਾਨੈਂਟ ਮੈਮਰੀ, ਤਾਂ ROM, ਠੀਕ ਹੈ। ਕਿਉਂਕਿ ਦੇਖੋ ਇੱਥੇ ਕੋਈ ਉਹ ਆਪਸ਼ਨ ਤਾਂ ਨਹੀਂ ਨਾ ਪਈ, EEPROM ਨਹੀਂ ਪਈਗੀ, EEPROM ਨਹੀਂ ਪਈ, ਠੀਕ ਹੈ। ਤਾਂ ਇਸ ਕਰਕੇ ਕੀ ਆਨਸਰ ਕੀ ਆਊਗਾ, ROM ਆਊਗਾ, ਠੀਕ ਹੈ। ਕਿਉਂਕਿ ਆਪਾਂ ਕੀ ਆ ਪਰਮਾਨੈਂਟ ਮੈਮਰੀ ਆ ਆਪਣੀ, ਠੀਕ ਹੈ। ਇਹਦੇ 'ਚ ਕਨਫਿਊਜ਼ ਨਹੀਂ ਹੋਣਾਗਾ, ਸਭ ਨੇ ਧਿਆਨ ਨਾਲ ਇਹਨੂੰ ਪੜ੍ਹਨਾ ਹੈ। ਚਲੋ ਫਿਲਹਾਲ ਅੱਜ ਦੀ ਵੀਡੀਓ 'ਚ ਸਭ ਇੰਨਾ ਹੀ। ਸਭ ਦਾ ਧੰਨਵਾਦ। ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ। ROM ਬਾਰੇ ਸਭ ਕੁਝ ਕਲੀਅਰ ਹੈ। ਅਗਰ ਫਿਰ ਵੀ ਕਿਸੇ ਨੂੰ ਕਨਫਿਊਜ਼ਨ ਹੈ ROM ਦੇ ਵਿੱਚ, ਉਹ ਪਰਸਨਲੀ ਚਾਹੇ ਮੈਨੂੰ ਟੈਲੀਗ੍ਰਾਮ 'ਤੇ ਮੈਸੇਜ ਕਰ ਦੇਵੇ, ਚਾਹੇ ਵੀਡੀਓ ਦੇ ਕਮੈਂਟ ਕਰ ਦੇਵੇ, ਠੀਕ ਹੈ। ਤਾਂ ਉਹਦਾ ਮੈਂ ਆਨਸਰ ਦੇਵਾਂਗਾ ਜਦ ਵੀ ਮੇਰਾ ਟਾਈਮ ਮਿਲਿਆ, ਠੀਕ ਹੈ। ਤਾਂ ਅਗਲੀ ਵੀਡੀਓ 'ਚ ਆਪਾਂ ਮਿਲਦੇ ਹਾਂ ਸੈਕੰਡਰੀ ਸਟੋਰੇਜ ਦੇ ਨਾਲ। ਹੁਣ ਪ੍ਰਾਇਮਰੀ ਦੇ ਵਿੱਚ ਦੋਨੇ ਆਪਣੇ ਹੋ ਗਏ, RAM ਵੀ ਹੋ ਗਿਆ ਅਤੇ ROM ਵੀ ਹੋ ਗਿਆ, ਅਤੇ ROM ਦੀਆਂ ਫਰਦਰ ਟਾਈਪਸ ਵੀ ਕਰਵਾਤੀਆਂ, ਠੀਕ ਹੈ ਜੀ। ਹੁਣ ਇਹਦੇ ਵਿੱਚ ਕੋਈ ਕਨਫਿਊਜ਼ਨ ਤਾਂ ਨਹੀਂ ਤੁਹਾਨੂੰ ਸਭ ਨੂੰ, ਠੀਕ ਹੈ। ROM ਦੀਆਂ ਸਾਰੀਆਂ ਟਾਈਪਸ ਪੜ੍ਹ ਲੈਣੀਆਂ। ਇਹਦੇ MCQ ਕਰਾਂਗੇ ਆਪਾਂ ਸ਼ਾਮ ਨੂੰ ਜਾਂ ਕੱਲ੍ਹ ਸੁਬਾਹ। ਓਕੇ, ਧੰਨਵਾਦ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਪਰਮਾਤਮਾ ਸਭ ਦਾ ਭਲਾ ਕਰੇ। ਬਾਬਾ ਨਾਨਕ